ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇਤਿਹਾਸ ਦੇ ਇੱਕ ਐਸੇ ਟੌਪਿਕ ਤੇ ਗੱਲ ਕਰਨੀ ਹੈ ਜਿਹੜਾ ਨਾ ਸਿਰਫ ਰੋਮਾਂਚਕ ਹੈ ਬਲਕਿ ਪੰਜਾਬ ਦੇ ਹਰ ਸਰਕਾਰੀ ਪੇਪਰ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਵੀ ਹੈ। ਆਪਾਂ ਗੱਲ ਕਰਾਂਗੇ ਤੁਰਕੀ ਹਮਲਿਆਂ ਦੀ ਤੇ ਦੇਖਾਂਗੇ ਕਿ ਪੰਜਾਬ ਤੇ ਇਹਨਾਂ ਦਾ ਕੀ ਅਸਰ ਪਿਆ। ਸੱਚੀ ਗੱਲ ਤਾਂ ਇਹ ਹੈ ਕਿ ਇੱਥੋਂ ਹੀ ਮੱਧਕਾਲੀ ਭਾਰਤ ਦੇ ਇਤਿਹਾਸ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਅੱਛਾ, ਪੇਪਰਾਂ ਵਿੱਚ ਇੱਕ ਸਵਾਲ ਬਾਰ-ਬਾਰ ਆਉਂਦਾ ਕਿ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਯਾਨੀ ਕਿ ਗੇਟਵੇ ਆਫ ਇੰਡੀਆ ਕਿਉਂ ਕਿਹਾ ਜਾਂਦਾ ਸੀ। ਇਸ ਸਵਾਲ ਦਾ ਜਵਾਬ ਪਤਾ ਕਿੱਥੇ ਲੁਕਿਆ? ਉਹਨਾਂ ਤੂਫਾਨੀ ਹਮਲਿਆਂ ਵਿੱਚ ਜਿਨ੍ਹਾਂ ਨੇ ਭਾਰਤ ਦੀ ਤਕਦੀਰ ਹੀ ਬਦਲ ਕੇ ਰੱਖ ਦਿੱਤੀ। ਤਾਂ ਚਲੋ ਅੱਜ ਆਪਾਂ ਇਸੇ ਗੁੱਥੀ ਨੂੰ ਸੁਲਝਾਉਂਦੇ ਹਾਂ। ਆਓ ਫਟਾਫਟ ਦੇਖ ਲਈਏ ਕਿ ਅੱਜ ਆਪਾਂ ਕੀ ਪੜਨ ਵਾਲੇ ਹਾਂ। ਸਭ ਤੋਂ ਪਹਿਲਾਂ ਹਮਲਿਆਂ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਫਿਰ ਆਵੇਗਾ ਮਹਿਮੂਦ ਗਜ਼ਨਵੀ ਤੇ ਉਸ ਤੋਂ ਬਾਅਦ ਮੁਹੰਮਦ ਗੌਰੀ ਦੀ ਕਹਾਣੀ। ਫਿਰ ਆਪਾਂ ਦੇਖਾਂਗੇ ਤਰਾਇਨ ਦੀਆਂ ਉਹ ਇਤਿਹਾਸਿਕ ਲੜਾਈਆਂ ਜਿਨ੍ਹਾਂ ਨੇ ਸਭ ਕੁਝ ਬਦਲ ਦਿੱਤਾ ਤੇ ਆਖਿਰ 'ਚ ਦੇਖਾਂਗੇ ਕਿ ਕਿਵੇਂ ਦਿੱਲੀ ਸਲਤਨਤ ਦੀ ਨੀਂਹ ਰੱਖੀ ਗਈ। ਤੇ ਹਾਂ, ਪੇਪਰ ਲਈ ਜਿਹੜੇ ਮੇਨ ਪੁਆਇੰਟਸ ਨੇ ਉਹਨਾਂ ਤੇ ਤਾਂ ਆਪਣਾ ਖਾਸ ਫੋਕਸ ਰਹੇਗਾ। ਵੈਲਕਮ ਟੂ ਮਿਸ਼ਨ ਪੰਜਾਬ ਐਗਜ਼ਾਮਸ। ਮੈਂ ਹਾਂ ਗਿਆਨ। ਚਲੋ ਜੀ, ਤਾਂ ਕਹਾਣੀ ਸ਼ੁਰੂ ਕਰਦੇ ਹਾਂ। ਤੁਸੀਂ ਇਮੇਜਿਨ ਕਰੋ ਅੱਜ ਤੋਂ ਲਗਭਗ 1000 ਸਾਲ ਪਹਿਲਾਂ ਦਾ ਸਮਾਂ, ਸਨ 1000 ਈਸਵੀ ਦੇ ਆਸ-ਪਾਸ। ਆਪਣਾ ਉੱਤਰੀ ਭਾਰਤ ਬਹਾਦਰ ਰਾਜਪੂਤ ਰਾਜਿਆਂ ਦਾ ਗੜ੍ਹ ਸੀ। ਭਾਵੇਂ ਉਹ ਆਪਸ ਵਿੱਚ ਥੋੜਾ ਬਹੁਤ ਲੜਦੇ ਰਹਿੰਦੇ ਸੀ, ਪਰ ਉਹਨਾਂ ਦਾ ਦਬਦਬਾ ਪੂਰਾ ਸੀ। ਠੀਕ ਉਸੇ ਵੇਲੇ ਦੂਰ ਮੱਧ ਏਸ਼ੀਆ ਵਿੱਚ ਇੱਕ ਨਵੀਂ ਤਾਕਤ ਉੱਭਰ ਰਹੀ ਸੀ ਤੇ ਉਹ ਸਨ ਤੁਰਕ। ਆਹ ਟਾਈਮਲਾਈਨ ਦੇਖੋ, ਇਸ ਨਾਲ ਪੂਰੀ ਤਸਵੀਰ ਸਾਫ਼ ਹੋ ਜਾਵੇਗੀ। 9ਵੀਂ ਸਦੀ ਵਿੱਚ ਮੱਧ ਪੂਰਬ ਦੀ ਸਭ ਤੋਂ ਵੱਡੀ ਤਾਕਤ ਅੱਬਾਸੀ ਖਿਲਾਫਤ ਕਮਜ਼ੋਰ ਹੋ ਰਹੀ ਸੀ। ਇਸੇ ਮੌਕੇ ਦਾ ਫਾਇਦਾ ਚੁੱਕ ਕੇ 977 ਈਸਵੀ ਵਿੱਚ ਸੁਬੁਕਤਗਿਨ ਨੇ ਗਜ਼ਨਵੀ ਵੰਸ਼ ਦੀ ਨੀਂਹ ਰੱਖ ਦਿੱਤੀ ਤੇ ਉਧਰ ਆਪਣੇ ਪੰਜਾਬ ਤੇ ਕਾਬੁਲ ਦੀ ਸਰਹੱਦ ਤੇ ਰਾਜ ਕਰ ਰਿਹਾ ਸੀ ਹਿੰਦੂ ਸ਼ਾਹੀ ਵੰਸ਼, ਜੋ ਤੁਰਕਾਂ ਦੇ ਸਾਹਮਣੇ ਪਹਿਲੀ ਤੇ ਸਭ ਤੋਂ ਮਜ਼ਬੂਤ ਕੰਧ ਬਣ ਕੇ ਖੜੇ ਸਨ। ਹਿੰਦੂ ਸ਼ਾਹੀ ਵੰਸ਼, ਇਹ ਨਾਂ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਇਹ ਉਹ ਸ਼ਾਸਕ ਸਨ ਜਿਹੜੇ ਭਾਰਤ ਦੇ ਪਹਿਰੇਦਾਰ ਸਨ। ਰਾਜਾ ਜੈਪਾਲ ਤੇ ਆਨੰਦਪਾਲ ਵਰਗੇ ਯੋਧਿਆਂ ਨੇ ਗਜ਼ਨਵੀਆਂ ਨੂੰ ਰੋਕਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਪੇਪਰ ਦੇ ਹਿਸਾਬ ਨਾਲ ਇਹ ਵੰਸ਼ ਤੇ ਇਸ ਦੇ ਰਾਜਿਆਂ ਦੇ ਨਾਮ ਬਹੁਤ ਇੰਪੋਰਟੈਂਟ ਨੇ। ਇਸ ਤੋਂ ਬਾਅਦ ਇਤਿਹਾਸ ਦੇ ਸਟੇਜ ਤੇ ਐਂਟਰੀ ਹੁੰਦੀ ਹੈ ਮਹਿਮੂਦ ਗਜ਼ਨਵੀ ਦੀ, ਇੱਕ ਅਜਿਹਾ ਹਮਲਾਵਰ ਜਿਸ ਨੇ ਪੰਜਾਬ ਤੇ ਪੂਰੇ ਉੱਤਰੀ ਭਾਰਤ ਵਿੱਚ ਲੁੱਟ-ਖੋਹ ਦਾ ਅਜਿਹਾ ਤਾਂਡਵ ਮਚਾਇਆ ਜਿਸ ਨੂੰ ਸਦੀਆਂ ਤੱਕ ਯਾਦ ਰੱਖਿਆ ਗਿਆ। ਉਸ ਦੇ ਹਮਲਿਆਂ ਦੀ ਗਿਣਤੀ ਹੀ ਉਸ ਦੀ ਲਾਲਚ ਦੀ ਕਹਾਣੀ ਦੱਸਦੀ ਹੈ। 17, ਜੀ ਹਾਂ, ਇੱਕ ਦੋ ਨਹੀਂ, ਪੂਰੇ 17 ਹਮਲੇ। ਕਹਿੰਦੇ ਨੇ ਕਿ ਮਹਿਮੂਦ ਨੇ ਸਹੁੰ ਖਾਧੀ ਸੀ ਕਿ ਉਹ ਹਰ ਸਾਲ ਭਾਰਤ ਨੂੰ ਲੁੱਟੇਗਾ। ਉਸ ਦਾ ਇੱਕੋ ਇੱਕ ਮਕਸਦ ਸੀ, ਭਾਰਤ ਦਾ ਬੇਹਿਸਾਬ ਸੋਨਾ ਚਾਂਦੀ ਲੁੱਟ ਕੇ ਆਪਣੇ ਸ਼ਹਿਰ ਗਜ਼ਨੀ ਨੂੰ ਦੁਨੀਆ ਦਾ ਸਵਰਗ ਬਣਾਉਣਾ। ਐਗਜ਼ਾਮ ਅਲਰਟ, ਇਸ ਟੇਬਲ ਨੂੰ ਤਾਂ ਦਿਮਾਗ ਵਿੱਚ ਫਿੱਟ ਕਰ ਲਓ। ਇਹ ਤਾਰੀਖਾਂ ਸਿੱਧਾ ਪੇਪਰ ਵਿੱਚ ਪੁੱਛਿਆ ਜਾਂਦੇ ਨੇ। 1001 ਵਿੱਚ ਜੈਪਾਲ ਦੀ ਹਾਰ, 1008 ਵਿੱਚ ਆਨੰਦਪਾਲ ਦੀ ਹਾਰ ਤੇ ਸਭ ਤੋਂ ਮਸ਼ਹੂਰ 1025 ਵਿੱਚ ਸੋਮਨਾਥ ਮੰਦਰ ਦੀ ਉਹ ਭਿਆਨਕ ਲੁੱਟ। ਇਹਨਾਂ ਨੂੰ ਤਾਂ ਬਿਲਕੁਲ ਵੀ ਨਹੀਂ ਭੁੱਲਣਾ। ਇੱਕ ਗੱਲ ਬਿਲਕੁਲ ਸਾਫ਼ ਸਮਝ ਲਓ, ਗਜ਼ਨਵੀ ਦਾ ਇਰਾਦਾ ਇੱਥੇ ਰਾਜ ਕਰਨ ਦਾ ਕਦੇ ਵੀ ਨਹੀਂ ਸੀ। ਉਹ ਇੱਕ ਲੁਟੇਰਾ ਸੀ, ਕੋਈ ਰਾਜਾ ਨਹੀਂ। ਉਹ ਇੱਥੋਂ ਸਿਰਫ ਦੌਲਤ ਲੁੱਟਣ ਆਉਂਦਾ ਸੀ ਤਾਂ ਕਿ ਮੱਧ ਏਸ਼ੀਆ ਵਿੱਚ ਆਪਣੇ ਦੁਸ਼ਮਣਾਂ ਨਾਲ ਲੜ ਸਕੇ। ਤੇ ਇਹੀ ਇੱਕ ਗੱਲ ਉਸ ਨੂੰ ਅਗਲੇ ਹਮਲਾਵਰ ਮੁਹੰਮਦ ਗੌਰੀ ਤੋਂ ਬਿਲਕੁਲ ਵੱਖਰਾ ਬਣਾਉਂਦੀ ਹੈ। ਲੋ ਜੀ, ਹੁਣ ਕਹਾਣੀ 'ਚ ਐਂਟਰੀ ਹੁੰਦੀ ਹੈ ਮੁਹੰਮਦ ਗੌਰੀ ਦੀ, ਇੱਕ ਅਜਿਹਾ ਸ਼ਾਸਕ ਜਿਸ ਦੇ ਇਰਾਦੇ ਗਜ਼ਨਵੀ ਤੋਂ ਕਿਤੇ ਜ਼ਿਆਦਾ ਖਤਰਨਾਕ ਸਨ। ਉਹ ਸਿਰਫ ਲੁੱਟਣ ਨਹੀਂ ਆਇਆ ਸੀ, ਉਹ ਤਾਂ ਭਾਰਤ ਦੀ ਧਰਤੀ ਤੇ ਹਮੇਸ਼ਾ ਲਈ ਆਪਣਾ ਝੰਡਾ ਗੱਡਣ ਆਇਆ ਸੀ। ਉਸ ਦੇ ਆਉਣ ਨਾਲ ਭਾਰਤ ਦੇ ਇਤਿਹਾਸ ਵਿੱਚ ਇੱਕ ਨਵਾਂ ਫੈਸਲਾਕੁੰਨ ਤੇ ਖੂਨੀ ਦੌਰ ਸ਼ੁਰੂ ਹੋਇਆ। ਤਾਂ ਸਵਾਲ ਇਹ ਹੈ ਕਿ ਗੌਰੀ ਸੀ ਕੌਣ? ਉਹ ਗੌਰ ਦਾ ਸ਼ਾਸਕ ਸੀ। ਜਦੋਂ ਮੱਧ ਏਸ਼ੀਆ ਵਿੱਚ ਉਸਦੇ ਸੁਪਨੇ ਪੂਰੇ ਨਾ ਹੋ ਸਕੇ ਤਾਂ ਉਸਨੇ ਆਪਣਾ ਮੂੰਹ ਭਾਰਤ ਵੱਲ ਕਰ ਲਿਆ। 1178 ਵਿੱਚ ਗੁਜਰਾਤ 'ਚ ਉਸਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਉਹ ਬੰਦਾ ਰੁਕਣ ਵਾਲਾ ਨਹੀਂ ਸੀ। 1186 ਤੱਕ ਉਸਨੇ ਪੂਰੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਹੁਣ ਉਸ ਦੀ ਸਿੱਧੀ ਟੱਕਰ ਹੋਣੀ ਸੀ ਦਿੱਲੀ ਦੇ ਸ਼ੇਰ ਪ੍ਰਿਥਵੀ ਰਾਜ ਚੌਹਾਨ ਨਾਲ। ਤੇ ਇੱਥੋਂ ਸ਼ੁਰੂ ਹੁੰਦਾ ਹੈ ਇਤਿਹਾਸ ਦਾ ਸਭ ਤੋਂ ਵੱਡਾ ਡਰਾਮਾ, ਦੋ ਵੱਡੀਆਂ ਤਾਕਤਾਂ ਦਾ ਟਕਰਾਓ, ਤਰਾਇਨ ਦੀਆਂ ਲੜਾਈਆਂ। ਇਹ ਸਿਰਫ ਲੜਾਈਆਂ ਨਹੀਂ ਸਨ, ਇਹ ਭਾਰਤ ਦੇ ਭਵਿੱਖ ਦਾ ਫੈਸਲਾ ਸਨ। ਤੁਸੀਂ ਕਹਿ ਸਕਦੇ ਹੋ ਕਿ ਇਹ ਇਸ ਪੂਰੀ ਕਹਾਣੀ ਦਾ ਕਲਾਈਮੈਕਸ ਸੀ। 1191 ਤਰਾਇਨ ਦੀ ਪਹਿਲੀ ਲੜਾਈ। ਪ੍ਰਿਥਵੀ ਰਾਜ ਚੌਹਾਨ ਨੇ ਗੌਰੀ ਦੀ ਫੌਜ ਦੇ ਪੈਰ ਉਖਾੜ ਦਿੱਤੇ। ਗੌਰੀ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੈਦਾਨ ਛੱਡ ਕੇ ਭੱਜ ਗਿਆ। ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਗਏ। ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਠੀਕ 1 ਸਾਲ ਬਾਅਦ 1192 ਵਿੱਚ ਗੌਰੀ ਬਦਲੇ ਦੀ ਅੱਗ ਵਿੱਚ ਸੜਦਾ ਹੋਇਆ ਦੁੱਗਣੀ ਤਿਆਰੀ ਨਾਲ ਵਾਪਸ ਆਇਆ ਤੇ ਇਸ ਵਾਰ ਪਾਸਾ ਪਲਟ ਗਿਆ। ਰਾਜਪੂਤਾਂ ਦੀ ਐਸੀ ਹਾਰ ਹੋਈ ਜਿਸ ਨੇ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ। ਵੱਡੇ ਇਤਿਹਾਸਕਾਰ ਤਰਾਇਨ ਦੀ ਦੂਜੀ ਲੜਾਈ ਨੂੰ ਇੱਕ ਵਾਟਰਸ਼ੈਡ ਇਵੈਂਟ ਮੰਨਦੇ ਨੇ, ਯਾਨੀ ਕਿ ਇੱਕ ਅਜਿਹਾ ਮੋੜ ਜਿੱਥੋਂ ਪਿੱਛੇ ਮੁੜਨ ਦਾ ਕੋਈ ਰਾਹ ਨਹੀਂ ਬਚਿਆ।
ਇਸ ਇੱਕ ਲੜਾਈ ਨੇ ਰਾਜਪੂਤਾਂ ਦੇ ਦੌਰ ਦਾ ਅੰਤ ਕਰ ਦਿੱਤਾ ਤੇ ਉੱਤਰੀ ਭਾਰਤ ਵਿੱਚ ਮੁਸਲਿਮ ਸ਼ਾਸਨ ਦੀ ਪੱਕੀ ਨੀਂਹ ਰੱਖ ਦਿੱਤੀ। ਪਰ ਸਵਾਲ ਇਹ ਹੈ ਕਿ ਇੰਨੇ ਬਹਾਦਰ ਰਾਜਪੂਤ ਹਾਰੇ ਕਿਉਂ? ਪੇਪਰ ਵਿੱਚ ਇਹ ਐਨਾਲਿਟੀਕਲ ਸਵਾਲ ਆ ਸਕਦਾ ਹੈ। ਸਭ ਤੋਂ ਵੱਡਾ ਕਾਰਨ ਸੀ ਰਾਜਪੂਤਾਂ ਵਿੱਚ ਏਕਤਾ ਦੀ ਕਮੀ, ਖਾਸ ਕਰਕੇ ਪ੍ਰਿਥਵੀ ਰਾਜ ਤੇ ਜੈਚੰਦਰ ਦੀ ਦੁਸ਼ਮਣੀ। ਦੂਜੇ ਪਾਸੇ ਗੋਰੀ ਆਪਣੀ ਪਿਛਲੀ ਹਾਰ ਤੋਂ ਬਹੁਤ ਕੁਝ ਸਿੱਖ ਕੇ ਆਇਆ ਸੀ। ਉਸ ਦੇ ਤੇਜ਼ ਤਰਾਰ ਘੋੜਸਵਾਰ ਤੀਰੰਦਾਜ਼ ਰਾਜਪੂਤਾਂ ਦੀ ਭਾਰੀ ਫੌਜ ਤੇ ਵੀ ਭਾਰੀ ਪੈ ਗਏ। ਤਾਂ ਫਿਰ ਤਰਾਈਂ 'ਚ ਗੌਰੀ ਦੀ ਜਿੱਤ ਦਾ ਸਿੱਧਾ ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ ਕਿ ਭਾਰਤ ਵਿੱਚ ਪਹਿਲੇ ਪੱਕੇ ਇਸਲਾਮਿਕ ਸਾਮਰਾਜ ਯਾਨੀ ਕਿ ਦਿੱਲੀ ਸਲਤਨਤ ਦੀ ਸਥਾਪਨਾ ਦਾ ਰਾਹ ਬਿਲਕੁਲ ਸਾਫ਼ ਹੋ ਗਿਆ। ਦੇਖੋ 1192 ਦੀ ਜਿੱਤ ਤੋਂ ਬਾਅਦ ਕੀ ਹੋਇਆ। 1194 'ਚ ਜੈਚੰਦਰ ਵੀ ਮਾਰਿਆ ਗਿਆ। ਗੌਰੀ ਦੇ ਗੁਲਾਮ ਜਰਨੈਲ ਕੁਤਬੁਦੀਨ ਐਬਕ ਤੇ ਬਖਤਿਆਰ ਖਿਲਜੀ ਇੱਕ ਤੋਂ ਬਾਅਦ ਇੱਕ ਇਲਾਕੇ ਜਿੱਤਦੇ ਗਏ ਤੇ ਫਿਰ 1206 ਵਿੱਚ ਜਦੋਂ ਗੌਰੀ ਦਾ ਕਤਲ ਹੋ ਗਿਆ ਤਾਂ ਉਸ ਦੇ ਸਭ ਤੋਂ ਵਫਾਦਾਰ ਗੁਲਾਮ ਐਬਕ ਨੇ ਦਿੱਲੀ ਨੂੰ ਰਾਜਧਾਨੀ ਬਣਾ ਕੇ ਗੁਲਾਮ ਵੰਸ਼ ਦੀ ਸਥਾਪਨਾ ਕੀਤੀ, ਜਿਸ ਨੂੰ ਆਪਾਂ ਦਿੱਲੀ ਸਲਤਨਤ ਕਹਿੰਦੇ ਹਾਂ। ਤੇ ਇਸ ਸਾਰੇ ਕਹਾਣੀ 'ਚ ਪੰਜਾਬ ਦੇ ਉਹ ਪਹਿਰੇਦਾਰ ਹਿੰਦੂ ਸ਼ਾਹੀ ਰਾਜੇ, ਉਹ ਵਿਚਾਰੇ ਤਾਂ 1026 ਈਸਵੀ ਤੱਕ ਗਜ਼ਨਵੀ ਦੇ ਹਮਲਿਆਂ ਨਾਲ ਹੀ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਸਨ। ਉਹਨਾਂ ਦੇ ਡਿੱਗਣ ਨਾਲ ਹੀ ਤੁਰਕੀ ਹਮਲਾਵਾਰਾਂ ਲਈ ਭਾਰਤ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹ ਗਏ ਸਨ। ਹੁਣ ਇੱਕ ਬਹੁਤ ਵੱਡੀ ਗਲਤਫਹਿਮੀ ਦੂਰ ਕਰ ਲਓ ਜਿਹੜੀ ਅਕਸਰ ਸਟੂਡੈਂਟਸ ਕਰਦੇ ਨੇ। ਬਹੁਤ ਲੋਕ ਸੋਚਦੇ ਨੇ ਕਿ ਮਹਿਮੂਦ ਗਜ਼ਨਵੀ ਨੇ ਭਾਰਤ 'ਚ ਮੁਸਲਿਮ ਰਾਜ ਦੀ ਨੀਂਹ ਰੱਖੀ। ਨਹੀਂ, ਇਹ ਬਿਲਕੁਲ ਗਲਤ ਹੈ। ਗਜ਼ਨਵੀ ਸਿਰਫ ਲੁਟੇਰਾ ਸੀ। ਭਾਰਤ ਵਿੱਚ ਪੱਕੇ ਮੁਸਲਿਮ ਰਾਜ ਦੀ ਅਸਲ ਨੀਂਹ ਮੁਹੰਮਦ ਗੋਰੀ ਨੇ ਰੱਖੀ ਸੀ। ਇਹ ਫਰਕ ਪੇਪਰ ਲਈ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਚਲੋ ਹੁਣ ਫਟਾਫਟ ਸਾਰੇ ਮੇਨ ਪੁਆਇੰਟਸ ਨੂੰ ਇੱਕ ਵਾਰੀ ਫੇਰ ਤੋਂ ਦੇਖਦੇ ਹਾਂ ਤਾਂ ਕਿ ਪੇਪਰ ਤੋਂ ਪਹਿਲਾਂ ਕੁਇਕ ਰਿਵੀਜ਼ਨ ਹੋ ਸਕੇ। ਇਸ ਸੈਕਸ਼ਨ ਤੇ ਪੂਰਾ ਧਿਆਨ ਦੇਣਾ। ਆਹ ਟੇਬਲ ਪੂਰੇ ਟੌਪਿਕ ਦਾ ਨਿਚੋੜ ਹੈ। ਇਸ ਦਾ ਤਾਂ ਸਕਰੀਨਸ਼ਾਟ ਲੈ ਕੇ ਰੱਖ ਲਓ। ਇਹ ਗਜ਼ਨਵੀ ਤੇ ਗੋਰੀ ਦੇ ਵਿੱਚ ਹਰ ਇੱਕ ਫਰਕ ਨੂੰ ਬਿਲਕੁਲ ਸਾਫ਼ ਕਰਦਾ ਹੈ। ਉਹਨਾਂ ਦਾ ਸਮਾਂ, ਮਕਸਦ, ਪੰਜਾਬ ਦਾ ਰੋਲ, ਸਭ ਤੋਂ ਮਸ਼ਹੂਰ ਘਟਨਾ ਤੇ ਆਖਰੀ ਨਤੀਜਾ। ਇਹ ਤੁਹਾਡਾ ਅਲਟੀਮੇਟ ਰਿਵੀਜ਼ਨ ਟੂਲ ਹੈ। ਇਸ ਟੌਪਿਕ ਨੂੰ ਪੇਪਰ ਲਈ ਪੱਕਾ ਕਿਵੇਂ ਕਰਨਾ? ਬਸ ਇਹ 4 ਸਟੈਪਸ ਫੋਲੋ ਕਰੋ। ਪਹਿਲਾ, ਇੱਕ ਟਾਈਮਲਾਈਨ ਬਣਾਓ। ਦੂਜਾ, ਦੋਵਾਂ ਦੇ ਮਕਸਦਾਂ ਦੀ ਤੁਲਨਾ ਕਰੋ। ਤੀਜਾ, ਤਰਾਈਂ ਤੇ ਚੰਦਾਵਰ ਦੀਆਂ ਲੜਾਈਆਂ ਨੂੰ ਚੰਗੀ ਤਰ੍ਹਾਂ ਰੱਟ ਲਓ। ਤੇ ਚੌਥਾ, ਇਹ ਸਮਝੋ ਕਿ ਇਹਨਾਂ ਘਟਨਾਵਾਂ ਦਾ ਲੰਬੇ ਸਮੇਂ ਤੱਕ ਕੀ ਅਸਰ ਪਿਆ, ਖਾਸ ਕਰਕੇ ਦਿੱਲੀ ਸਲਤਨਤ ਦੀ ਸਥਾਪਨਾ। ਤਾਂ ਫਿਰ ਆਖਰੀ ਤੇ ਸਭ ਤੋਂ ਜ਼ਰੂਰੀ ਗੱਲਾਂ ਕੀ ਨੇ? ਪਹਿਲੀ, ਪੰਜਾਬ ਇਨ੍ਹਾਂ ਹਮਲਿਆਂ ਲਈ ਭਾਰਤ ਦਾ ਪ੍ਰਵੇਸ਼ ਦੁਆਰ ਸੀ। ਦੂਜੀ, ਗਜ਼ਨਵੀ ਇੱਕ ਲੁਟੇਰਾ ਸੀ। ਤੀਜੀ, ਗੋਰੀ ਭਾਰਤ ਵਿੱਚ ਮੁਸਲਿਮ ਸ਼ਾਸਨ ਦਾ ਅਸਲੀ ਸੰਸਥਾਪਕ ਸੀ। ਚੌਥੀ, 1192 ਦੀ ਤਰਾਈਂ ਦੀ ਦੂਜੀ ਲੜਾਈ ਇਤਿਹਾਸ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸੀ। ਤੇ ਪੰਜਵੀਂ, ਇਸ ਸਭ ਦਾ ਨਤੀਜਾ 1206 ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਸੀ। ਜਾਂਦੇ ਇੱਕ ਸਵਾਲ ਤੁਹਾਡੇ ਲਈ ਛੱਡ ਕੇ ਜਾ ਰਿਹਾ ਹੈ। ਜ਼ਰਾ ਸੋਚੋ, ਜੇ ਤਰਾਈਂ ਦੀ ਪਹਿਲੀ ਲੜਾਈ ਜਿੱਤਣ ਤੋਂ ਬਾਅਦ ਸਾਰੇ ਰਾਜਪੂਤ ਰਾਜੇ ਇਕੱਠੇ ਹੋ ਜਾਂਦੇ ਤਾਂ ਕੀ ਭਾਰਤ ਦਾ ਇਤਿਹਾਸ ਅੱਜ ਕੁਝ ਹੋਰ ਹੁੰਦਾ? ਇਸ ਬਾਰੇ ਸੋਚਣਾ ਜ਼ਰੂਰ ਤੇ ਆਪਣੇ ਵਿਚਾਰ ਹੇਠਾਂ ਕਮੈਂਟਸ ਵਿੱਚ ਦੱਸਣਾ। ਉਮੀਦ ਹੈ ਅੱਜ ਦੀ ਇਹ ਚਰਚਾ ਤੁਹਾਡੇ ਕੰਮ ਆਵੇਗੀ। ਜੇ ਵੀਡੀਓ ਪਸੰਦ ਆਈ ਤਾਂ ਮਿਸ਼ਨ ਪੰਜਾਬ ਐਗਜ਼ਾਮਸ ਨੂੰ ਸਬਸਕ੍ਰਾਈਬ ਕਰਨਾ, ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਅਗਲੀ ਵਾਰ ਮਿਲਦੇ ਹਾਂ ਇੱਕ ਨਵੇਂ ਟੌਪਿਕ ਨਾਲ।